ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਉਹ ਸਰਵਉੱਚ ਸੰਸਥਾ ਜਿਹੜੀ 1920 ਦੇ ਵਿੱਚ ਸ਼ਹੀਦਾਂ ਦੀਆਂ ਹੱਡੀਆਂ ਤੇ ਜਿੰਦੀ ਨਹੀਂ ਰੱਖੀ। ਭਾਰਤੀ ਸੁਪਰੀਮ ਕੋਰਟ ਦੀ ਜਿਹੜੀ ਹੈਗੀ ਹੈ ਇਹਦੇ 'ਚ ਸ਼ਮੂਲੀਅਤ ਹੋਣੀ, ਉਹਦਾ ਫੈਸਲਾ ਕਰ ਦੇਣਾ, ਤੁਸੀਂ ਪਹਿਲਾਂ ਇਹਨੂੰ ਕਿਵੇਂ ਦੇਖਦੇ ਹੋ? 1925 'ਚ ਐਕਟ ਬਣਿਆ ਤੇ ਐਕਟ ਦੇ ਵਿੱਚ ਬੜਾ ਇੱਕ ਸਪਸ਼ਟ ਸ਼ਬਦਾਂ 'ਚ ਲਿਖਿਆ ਹੋਇਆ ਵੀ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਦੀ ਵੀ ਤੋੜਿਆ ਨਹੀਂ ਜਾ ਸਕਦਾ। ਸਮੇਂ ਦੀਆਂ ਹਕੂਮਤਾਂ ਨੇ ਜੇ ਪਹਿਲਾਂ ਕਾਂਗਰਸ ਵੇਲੇ ਦੇਖ ਲਈਏ ਤੇ ਹੁਣ ਬੀਜੇਪੀ ਦੀ ਸਰਕਾਰ ਆ ਸੈਂਟਰ, ਇਹਨਾਂ ਨੇ ਹਮੇਸ਼ਾ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨੂੰ ਹਮੇਸ਼ਾ ਢਾਹ ਲਾਉਣ ਦੀ ਕੋਸ਼ਿਸ਼ ਕੀਤੀ। ਸਿਆਣੇ ਕਹਿੰਦੇ ਆ ਗੱਲ ਸਹੇ ਦੀ ਨਹੀਂ ਪਏ ਦੀ ਆ, ਮਤਲਬ ਕਿ ਜੇ ਅੱਜ ਗੁਰਦੁਆਰਾ ਹਰਿਆਣੇ ਦੇ ਜੇ ਅਲੱਗ ਕੀਤੇ ਤਾਂ ਕੱਲ੍ਹ ਨੂੰ ਆ ਪੰਜਾਬ 'ਚ ਵੀ ਦਖਲਅੰਦਾਜ਼ੀ ਕਰਨਗੇ, ਜੋ ਕਿ ਹਜੇ ਕਰ ਰਹੇ ਆ। ਜਿਹੜੇ ਫੈਸਲੇ ਹੋ ਰਹੇ ਆ ਤੁਹਾਨੂੰ ਲੱਗਦਾ ਵੀ ਇਹ ਆਰਐਸਐਸ ਦੇ ਦਬਾਅ ਹੇਠ ਹੋ ਰਹੇ? ਪੰਜਾਬ ਦੇ ਵਿੱਚ ਆਰਐਸਐਸ ਦਾ ਦਬਾਅ ਜਾਂ ਆਰਐਸਐਸ ਜੋ ਆਪਦੀ ਦਖਲਅੰਦਾਜ਼ੀ ਕਰੂਗੀ ਉਹਨੂੰ ਕਦੀ ਵੀ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ। ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਜਿਹੜੀ ਆ ਬਹੁਤ ਗੂੜੀ ਰਹੀ ਹੈ। ਇੰਨਾ ਹੀ ਥਾਵਾਂ ਤੇ ਜਦੋਂ 300 ਸਾਲਾ ਸੀਗਾ, 400 ਸਾਲਾ ਸੀਗਾ, ਮਾਰਚ ਨਿਕਲੇ, ਇੱਥੇ ਟੈਂਟ ਲੱਗੇ ਸੀ, ਉਦੋਂ ਭਾਜਪਾ ਤੇ ਅਕਾਲੀ ਦਲ ਇਕੱਠੇ ਪ੍ਰਬੰਧ ਕਰਦੇ ਸੀ ਕਿ ਉਦੋਂ ਆਰਐਸਐਸ ਦਾ ਦਬਾਅ ਨਹੀਂ ਸੀਗਾ। ਉਹਨਾਂ ਪ੍ਰੋਗਰਾਮਾਂ 'ਚ ਆਰਐਸਐਸ ਦਾ ਕੋਈ ਦਬਾਅ ਨਹੀਂ ਸੀਗਾ। ਕਿਉਂ ਨਹੀਂ ਸੀਗਾ? ਕਿਉਂਕਿ ਅਕਾਲੀ ਦਲ ਬੜਾ ਤਗੜਾ ਸੀ। ਰੀਜਨਲ ਪਾਰਟੀ ਜਿਹੜੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਕਮਜ਼ੋਰ ਹੋਈ ਆ, ਉਵੇਂ ਪੰਜਾਬ 'ਚ ਆ ਫੈਸਲੇ ਸਮੇਂ ਦੀਆਂ ਸਰਕਾਰਾਂ ਨੇ, ਬੇਸ਼ੱਕ ਦੀ ਅੱਜ ਦੀ ਸਰਕਾਰ ਭਗਵੰਤ ਮਾਨ ਜੀ ਦੀ ਆ, ਬੇਸ਼ੱਕ ਦੀ ਖੱਟੜ ਸਾਹਿਬ ਦੀ ਆ, ਬੇਸ਼ੱਕ ਦੀ ਪੁਰਾਣੀ ਕੈਪਟਨ ਸਾਹਿਬ ਦੀ ਰਹੀ ਆ, ਇਹਨਾਂ ਨੇ ਹਮੇਸ਼ਾ ਆਰਐਸਐਸ ਦੇ ਦਬਾਅ ਹੇਠਾਂ ਆ ਕੇ ਪੰਜਾਬ ਦਾ ਨੁਕਸਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਗੁੜਤੀ ਮਿਲੀ ਆ ਮੋਰਚਿਆਂ ਦੀ, ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਅਤੇ ਪੰਜਾਬੀਅਤ ਦੇ ਲਈ ਲੜਨ ਲਈ ਗੁੜਤੀ ਮਿਲੀ ਆ। ਸੋ ਆਹ ਸੰਘਰਸ਼ ਅਸੀਂ ਪੂਰਾ ਤਗੜੇ ਹੋ ਕੇ ਜਾਰੀ ਰੱਖਾਂਗੇ। ਉਹ ਇੱਕ ਇਲਜ਼ਾਮ ਲਾਉਂਦੇ, ਕਹਿੰਦੇ ਪੰਜਾਬ ਵਾਲੀ ਸ਼੍ਰੋਮਣੀ ਕਮੇਟੀ ਹਰਿਆਣੇ ਦੇ ਸਿੱਖਾਂ ਨੂੰ ਆਪਣਾ ਹਿੱਸਾ ਨਹੀਂ ਸਮਝਦੀ ਸੀ, ਸਾਨੂੰ ਦਰੀਆਂ ਵਾਸਤੇ, ਸਾਊਂਡ ਵਾਸਤੇ, ਟੈਂਟ ਵਾਸਤੇ ਕਈ ਚਿੱਠੀਆਂ, ਤੁਹਾਨੂੰ ਲੱਗਦਾ ਵੀ ਇਦਾਂ ਦੀਆਂ ਨਿੱਕੀਆਂ ਗੱਲਾਂ ਕਰਕੇ? ਤੁਸੀਂ ਮੈਨੂੰ ਇੱਕ ਦੱਸੋ, ਜਿੱਥੇ ਮੀਰੀ ਪੀਰੀ ਦੇ ਕਾਲਜ ਚੱਲ ਰਹੇ ਆ, ਮੈਡੀਕਲ ਕਾਲਜ ਚੱਲ ਰਹੇ, ਹੋਰ ਸੰਸਥਾਵਾਂ ਚੱਲ ਰਹੀਆਂ, ਤੇ ਉੱਥੇ ਕੀ ਦਰੀਆਂ ਦੀ ਕੋਈ ਘਾਟ ਹੋਊਗੀ? ਇਸ ਕਰਕੇ ਆ ਤਾਂ ਸਿਰਫ ਤੇ ਸਿਰਫ ਇੱਕ ਬਹਾਨਾ ਸੀ। ਤੇ ਉਹੀ ਗੱਲ ਆ ਵੀ ਸ਼ਰਾਰਤ ਚਾਹੇ ਕਾਂਗਰਸ ਦੀ ਆ ਚਾਹੇ ਆਰਐਸਐਸ ਦੀ ਆ, ਹਮੇਸ਼ਾ ਸ਼ਰਾਰਤਾਂ ਦੇ ਨਾਲ ਹੀ ਇਹਨਾਂ ਨੇ ਸਿੱਖ ਕੌਮ ਨੂੰ ਪਾੜ ਕੇ ਤੇ ਰਾਜ ਕੀਤਾ। ਪਹਿਲਾ ਜਾਂ ਦੂਜਾ ਐਕਸ਼ਨ, ਇਸ ਤੋਂ ਪਹਿਲਾਂ ਪ੍ਰਦਰਸ਼ਨ ਹੋ ਚੁੱਕੇ ਡੀਸੀ ਦਫ਼ਤਰਾਂ ਦੇ ਬਾਹਰ ਇਸੇ ਮੰਗ ਨੂੰ ਲੈ ਕੇ, ਕਿਸ ਤਰ੍ਹਾਂ ਦਾ ਸੰਘਰਸ਼, ਅੰਦਾਜ਼ਾ ਕੀ ਕਿਸ ਤਰ੍ਹਾਂ ਦਾ ਸੰਘਰਸ਼ ਹੋ ਸਕਦਾ? ਵੀ ਹਰ ਹੱਦ ਤੇ ਹੀ ਜਾਵਾਂਗੇ, ਕਿਉਂਕਿ ਅਸੀਂ ਕਦੀ ਵੀ ਜਿਹੜੀ ਐਸਜੀਪੀਸੀ ਆ ਇਹਨੂੰ ਟੁੱਟਣ ਜਾਂ ਦੋ ਫਾੜ ਨਹੀਂ ਹੋਣ ਦਿਆਂਗੇ। ਪੰਜਾਬੀਆਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਵੀ ਘਰੇ ਬੈਠਣ ਦਾ ਸਮਾਂ ਨਹੀਂਗਾ, ਕਿਉਂਕਿ ਜੇ ਅੱਜ ਇਸ ਗੱਲ ਤੋਂ ਆਪਾਂ ਉਖੜ ਗਏ ਨਾ ਤੇ ਇਸ ਤੋਂ ਬਾਅਦ ਫੈਸਲਾ ਆਉਣਾ ਐਸਵਾਈਐਲ ਦਾ। ਸਾਰਿਆਂ ਨੇ ਕੋਸ਼ਿਸ਼ ਕਰਨੀ ਆ ਵੀ ਐਸਵਾਈਐਲ ਬਣੇ ਤੇ ਪੰਜਾਬ ਅਤੇ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਮੁੱਢ ਤੋਂ ਹੀ ਇਸ ਦੇ ਉਲਟ ਰਹੀ ਆ, ਤੇ ਇਹਨਾਂ ਨੇ ਕਦੀ ਬਣ ਨਹੀਂ ਦੇਣਾ। ਮੈਂ ਸੋ ਪੰਜਾਬੀਆਂ ਨੂੰ ਆਹੀ ਕਹਿਣਾ ਵੀ ਪੰਜਾਬੀਓ ਜਾਗੋ, ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਇਨਸਾਨ ਤੇ ਜਿਹੜੇ ਜਥੇਬੰਦੀਆਂ ਲੜਾਈ 'ਚ ਅੱਗੇ ਹੋ ਕੇ ਲੜਦੀਆਂ ਉਹਨਾਂ ਦਾ ਸਾਥ ਦੇਣ। ਬੀਤੇ ਦਿਨੀ ਹਰਿਆਣਾ 'ਚ ਇੱਕ ਸਮਾਗਮ ਸੀ, ਚੌਟਾਲਾ ਸਾਹਿਬ ਸਟੇਜ ਤੇ ਸੀ, ਸੁਖਬੀਰ ਸਿੰਘ ਬਾਦਲ ਵੀ ਉਸੇ ਸਟੇਜ ਤੇ ਸੀਗੇ, ਮੇਰੇ ਕੋਲ ਵੀਡੀਓ ਵੀ ਹੈਗੀ ਹੈ। ਉੱਥੇ ਚੌਟਾਲਾ ਸਾਹਿਬ ਕਹਿੰਦੇ ਵੀ ਐਸਵਾਈਐਲ ਲਿਆ ਕੇ ਚਲਾ ਕੇ ਅਸੀਂ ਹਰਿਆਣੇ ਨੂੰ ਪਾਣੀ ਦੇਵਾਂਗੇ। ਨਾ ਐਸਵਾਈਐਲ ਅੱਜ ਬਣ ਦਈਏ ਨਾ ਬਣ ਦਿਆਂਗੇ, ਤੇ ਨਾ ਹੀ ਜੇ ਕੋਈ ਹਰਿਆਣੇ ਵਾਲਾ ਵੀ ਸੋਚੂਗਾ, ਚਾਹੇ ਚੌਧਰੀ ਓਮ ਪ੍ਰਕਾਸ਼ ਜੀ ਆ ਜੇ ਉਹ ਵੀ ਸੋਚਣਗੇ, ਤਾਂ ਇਸ ਗੱਲ ਤੇ ਕੋਈ ਮਤਲਬ ਕਿ ਰਾਜੀਨਾਮਾ ਨਹੀਂ ਹੋਊਗਾ। ਜੇ ਕਿਤੇ ਅਕਾਲੀ ਦਲ ਨੂੰ ਭਾਜਪਾ ਕੋਈ ਵੱਡਾ ਆਫਰ ਦਿੰਦੀ ਹੈ ਕਿਸੇ ਵੀ ਲੈਵਲ ਦਾ, ਕੀ ਕਿਤੇ ਪੰਥ ਦੇ ਮਸਲੇ, ਬੰਦੀ ਸਿੰਘਾਂ ਦੀ ਗੱਲ ਹੈ ਜਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਸ ਵਕਤ ਗੱਲ ਚੁੱਕੀ ਜਾ ਰਹੀ ਹੈ, ਕਿਤੇ ਇਹ ਮਸਲੇ ਪਿੱਛੇ ਰੱਖ ਕੇ ਕੁਝ ਨਹੀਂ, ਕਦੀ ਨਹੀਂ ਕੁਝ ਹੋਵੇ? ਕਦੀ ਵੀ ਨਹੀਂ ਹੋਊਗਾ। ਜਿਹੜੇ ਆ ਮਸਲੇ ਆ ਹੱਲ ਕਰਨਗੇ ਤਾਂ ਸਾਥ ਦਾ ਸੋਚਿਆ ਜਾ ਸਕਦਾ, ਵਰਨਾ ਕਿਸੇ ਵੀ ਮੁੱਦੇ ਤੇ ਮੈਂ ਪਹਿਲਾਂ ਕਹਿ ਚੁੱਕਿਆ ਕੋਈ ਰਾਜੀਨਾਮਾ ਨਹੀਂ। ਪਿਛਲੇ ਦਿਨੀ ਭਾਰਤੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਵੱਖਰੀ ਰਹੇਗੀ। ਤਾਂ ਉਸ ਤੋਂ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਪੁਰਾਤਨ ਸਰਵਉੱਚ ਸੰਸਥਾ ਹੈ, ਉਹਨਾਂ ਦੇ ਮੌਜੂਦਾ ਪ੍ਰਧਾਨ ਧਾਮੀ ਸਾਹਿਬ ਜਿਹੜੇ ਆ ਉਹ ਵੱਡਾ ਸੰਘਰਸ਼ ਜਿਹੜਾ ਵਿੱਢਣ ਦੀ ਜਿਹੜੀ ਚੇਤਾਵਨੀ ਦੇ ਚੁੱਕੇ ਆ। ਕੱਲ੍ਹ ਨੂੰ ਭਾਵ 7 ਅਕਤੂਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੇ ਅੰਬਾਲਾ ਤੋਂ ਜਿਹੜਾ ਹੈਗਾ 3 ਮਾਰਚ ਜਿਹੜੇ ਨੇ ਉਹ ਰੋਸ ਮਾਰਚ ਹੋਣ ਜਾਂ ਜਾਗਰੂਕਤਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਵਾਨਾ ਹੋ ਰਹੇ ਨੇ।
ਮੁਕਤਸਰ ਤੋਂ ਜਿਹੜਾ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਸਾਡੇ ਨਾਲ ਮੌਜੂਦ ਨੇ। ਮੁਕਤਸਰ ਸਾਹਿਬ ਤੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਔਰ ਕੀ ਜਿਹੜਾ ਹੈਗਾ ਖਾਸ ਸੁਨੇਹਾ ਜਿਹੜਾ ਦਿੱਤਾ ਜਾਣਾ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਰਕੰਦੀ ਸਾਹਿਬ, ਕਿਸ ਤਰ੍ਹਾਂ ਪਹਿਲਾਂ ਤਾਂ ਦੇਖਦੇ ਹੋ ਕਿ ਇਹ 'ਚ ਕੋਈ ਦੋ ਰਾਏ ਨਹੀਂ ਹੈਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਉਹ ਸਰਵਉੱਚ ਸੰਸਥਾ ਜਿਹੜੀ 1920 ਦੇ ਵਿੱਚ ਸ਼ਹੀਦਾਂ ਦੀਆਂ ਹੱਡੀਆਂ ਤੇ ਜਿੰਦੀ ਨਹੀਂ ਰੱਖੀ ਗਈ। ਭਾਰਤੀ ਸੁਪਰੀਮ ਕੋਰਟ ਦੀ ਜਿਹੜੀ ਹੈਗੀ ਹੈ ਇਹਦੇ 'ਚ ਸ਼ਮੂਲੀਅਤ ਹੋਣੀ, ਉਹਦਾ ਫੈਸਲਾ ਕਰ ਦੇਣਾ, ਤੁਸੀਂ ਪਹਿਲਾਂ ਇਹਨੂੰ ਕਿਵੇਂ ਦੇਖਦੇ ਹੋ, ਫੈਸਲੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਬੜਾ ਮੰਦਭਾਗਾ ਫੈਸਲਾ ਹੈ। ਦੇਖੋ 1925 ਚ ਐਕਟ ਬਣਿਆ ਤੇ ਐਕਟ ਦੇ ਵਿੱਚ ਬੜਾ ਇੱਕ ਸਪਸ਼ਟ ਸ਼ਬਦਾਂ 'ਚ ਲਿਖਿਆ ਹੋਇਆ ਵੀ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਦੀ ਵੀ ਤੋੜਿਆ ਨਹੀਂ ਜਾ ਸਕਦਾ ਜੀ। ਪਰ ਸਮੇਂ ਦੀਆਂ ਹਕੂਮਤਾਂ ਨੇ, ਜੇ ਪਹਿਲੋਂ ਕਾਂਗਰਸ ਵੇਲੇ ਦੇਖ ਲਈਏ ਤੇ ਹੁਣ ਬੀਜੇਪੀ ਦੀ ਸਰਕਾਰ ਆ ਸੈਂਟਰ 'ਚ, ਇਹਨਾਂ ਨੇ ਹਮੇਸ਼ਾ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨੂੰ ਹਮੇਸ਼ਾ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਅੱਜ ਬੜੀ ਲੋੜ ਆ ਸਮੇਂ ਦੀ। ਜੇ ਅੱਜ ਦੇਖੋ, ਜਿਵੇਂ ਉਹ ਕਹਿੰਦੇ ਨਾ, ਸਿਆਣੇ ਕਹਿੰਦੇ ਆ, ਗੱਲ ਸਹੇ ਦੀ ਨਹੀਂ ਪਏ ਦੀ ਆ। ਮਤਲਬ ਕਿ ਜੇ ਅੱਜ ਗੁਰਦੁਆਰਾ ਹਰਿਆਣੇ ਦੇ ਜੇ ਅਲੱਗ ਕੀਤੇ ਤਾਂ ਕੱਲ੍ਹ ਨੂੰ ਆ ਪੰਜਾਬ 'ਚ ਵੀ ਦਖਲਅੰਦਾਜ਼ੀ ਕਰਨਗੇ, ਜੋ ਕਿ ਹਜੇ ਕਰ ਰਹੇ ਆ। ਤੇ ਅੱਜ ਲੋੜ ਆ ਵੀ ਆਪਾਂ ਬਹੁਤ ਵੱਡੇ ਰੋਸ ਮੁਜ਼ਾਹਰੇ ਕਰਕੇ, ਜੋ ਕਿ ਸਰਕਾਰ ਦੀ ਮਾੜੀ ਨੀਅਤ ਹੈ, ਜੋ ਕਿ ਉਹ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ RSS ਦੇ ਰਾਹੀਂ ਦਖਲਅੰਦਾਜ਼ੀ ਕਰ ਰਹੀ ਹੈ। ਵੈਸੇ ਤਾਂ ਵੇਖੋ, ਜਿਹੜੀ ਜੁਡੀਸ਼ਰੀ ਆ ਬੜੀ ਸਤਿਕਾਰਯੋਗ ਆ, ਉਹਨਾਂ ਨੂੰ ਸੋਚ ਸਮਝ ਕੇ ਫੈਸਲੇ ਜੋ ਸਹੀ ਬਣਦੇ ਲੈਣੇ ਚਾਹੀਦੇ ਆ। ਪਰ ਜਿਹੜੀ ਜੱਜੀ ਸਾਹਿਬਾਨ RSS ਦੇ ਦਬਾਅ ਹੇਠਾਂ ਇਹੋ ਜਿਹੇ ਫੈਸਲੇ ਕਰਦੇ ਆ, ਉਹ ਇੱਕ ਮਤਲਬ ਕਿ ਇਹੋ ਜਿਹੇ ਹਾਲਾਤ ਪੈਦਾ ਕਰ ਦਿੰਦੇ ਵੀ ਜਿਹੜੇ, ਕਿਉਂਕਿ ਬਾਰਡਰ ਸਟੇਟ ਆ ਤੇ ਉਹਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ, ਕਿਉਂਕਿ ਪਹਿਲੋਂ ਵੀ ਬੜਾ ਸੰਤਾਪ ਭੁਗਤ ਚੁੱਕਿਆ ਪੰਜਾਬ, ਤੇ ਉਹ ਹਾਲਾਤ ਦੁਬਾਰਾ ਨਹੀਂ ਅਸੀਂ ਚਾਹੁੰਦੇ ਵੀ ਦੁਬਾਰਾ ਪੈਦਾ ਹੋਣ। ਜਿਹੜੇ ਫੈਸਲੇ ਹੋ ਰਹੇ ਆ, ਤੁਹਾਨੂੰ ਲੱਗਦਾ ਵੀ ਇਹ RSS ਦੇ ਦਬਾਅ ਹੇਠ ਹੋ ਰਹੇ ਹੈਗੇ? ਪੂਰੇ ਜੀ, ਜਿਹੜੇ ਫੈਸਲੇ ਆ RSS ਦੀ ਦਖਲਅੰਦਾਜ਼ੀ, RSS ਦੇ ਦਬਾਅ ਹੇਠਾਂ ਹੋ ਰਹੇ ਆ। ਤੇ ਪੰਜਾਬ ਦੇ ਵਿੱਚ RSS ਦਾ ਦਬਾਅ ਜਾਂ RSS ਜੋ ਆਪਦੀ ਦਖਲਅੰਦਾਜ਼ੀ ਕਰੂਗੀ, ਉਹਨੂੰ ਕਦੀ ਵੀ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ। ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਜਿਹੜੀ ਆ ਬਹੁਤ ਗੂੜੀ ਰਹੀ ਹੈ। ਇੰਨਾ ਹੀ ਥਾਵਾਂ ਤੇ ਜਦੋਂ 300 ਸਾਲਾ ਸੀਗਾ, 400 ਸਾਲਾ ਸੀਗਾ, ਮਾਰਚ ਨਿਕਲੇ, ਇੱਥੇ ਟੈਂਟ ਲੱਗੇ ਦੇ ਸੀ, ਉਦੋਂ ਭਾਜਪਾ ਤੇ ਅਕਾਲੀ ਦਲ ਇਕੱਠੇ ਪ੍ਰਬੰਧ ਕਰਦੇ ਸੀ। ਕਿ ਉਦੋਂ RSS ਦਾ ਦਬਾਅ ਨਹੀਂ ਸੀਗਾ ਉਹਨਾਂ ਪ੍ਰੋਗਰਾਮਾਂ ਕੋਈ? ਦੇਖੋ, ਉਹਨਾਂ ਪ੍ਰੋਗਰਾਮਾਂ 'ਚ RSS ਦਾ ਕੋਈ ਦਬਾਅ ਨਹੀਂ ਸੀਗਾ। ਕਿਉਂ ਨਹੀਂ ਸੀਗਾ? ਕਿਉਂਕਿ ਅਕਾਲੀ ਦਲ ਬੜਾ ਤਗੜਾ ਸੀਗਾ ਜੀ। ਤੇ ਅਕਾਲੀ ਦਲ ਜਦੋਂ ਵੀ ਤਗੜਾ ਸੀ, ਉਦੋਂ ਕਦੀ ਉਹਨਾਂ ਨੇ ਪੰਜਾਬ 'ਚ ਇਹੋ ਜਿਹੇ ਹਾਲਾਤ ਨਹੀਂ ਬਣ ਦਿੱਤੇ। ਤੁਸੀਂ ਨੋਟ ਕਰ ਲਓ, ਜੇ ਪਿਛਲੇ ਅੱਜ ਤੋਂ ਜੇ ਆਪਾਂ 7-8 ਸਾਲ ਪਹਿਲੋਂ ਦੀ ਗੱਲ ਕਰੀਏ, ਉਦੋਂ ਵੀ ਕੋਸ਼ਿਸ਼ ਕਰਦੇ ਸੀ, ਪਰ ਅਕਾਲੀ ਦਲ ਦਾ ਦਬਦਬਾ ਸੀ, ਅਕਾਲੀ ਦਲ ਦੀ ਸਰਕਾਰ ਸੀ। ਠੀਕ ਆ, ਅਕਾਲੀ ਦਲ ਨੇ ਕਦੀ ਇਹੋ ਜਿਹੇ ਗਲਤ ਫੈਸਲੇ ਨਹੀਂ ਸੀ ਹੋਣ ਦਿੱਤੇ। ਪਰ ਜਿਵੇਂ ਜਿਵੇਂ ਮਤਲਬ ਕਿ ਰੀਜਨਲ ਪਾਰਟੀ, ਜਿਹੜੀ ਮਾਂ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਪੰਜਾਬ 'ਚ ਕਮਜ਼ੋਰ ਹੋਈ ਆ, ਉਵੇਂ ਉਵੇਂ ਪੰਜਾਬ 'ਚ ਆ ਫੈਸਲੇ ਸਮੇਂ ਦੀਆਂ ਸਰਕਾਰਾਂ ਨੇ, ਬੇਸ਼ੱਕ ਦੀ ਅੱਜ ਦੀ ਸਰਕਾਰ ਭਗਵੰਤ ਮਾਨ ਜੀ ਦੀ ਆ, ਬੇਸ਼ੱਕ ਦੀ ਖੱਟੜ ਸਾਹਿਬ ਦੀ ਆ, ਬੇਸ਼ੱਕ ਦੀ ਪੁਰਾਣੀ ਕੈਪਟਨ ਸਾਹਿਬ ਦੀ ਰਹੀ ਆ, ਇਹਨਾਂ ਨੇ ਹਮੇਸ਼ਾ RSS ਦੇ ਦਬਾਅ ਹੇਠਾਂ ਆ ਕੇ ਪੰਜਾਬ ਦਾ ਨੁਕਸਾਨ ਕੀਤਾ। ਤੁਸੀਂ ਕਿਹਾ ਵੀ ਜਦੋਂ ਗਠਬੰਧਨ ਸੀ ਉਦੋਂ ਵੀ ਕੋਸ਼ਿਸ਼ ਕਰਦੇ ਸੀ ਕਿ ਉਦੋਂ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਉਹ ਕੁਛ ਇਸ ਤਰ੍ਹਾਂ ਦੀ, ਕਿਉਂਕਿ ਇੱਕ ਸ਼ਰਾਰਤ ਵੀ ਹੈਗੀ ਹੈ ਸਿੱਖਾਂ ਦੀ। ਤੇ ਅੱਜ ਅਕਾਲੀ ਦਲ ਕੋਲੇ ਇਹੋ ਜਿਹੀਆਂ ਹੀ ਸ਼ਰਾਰਤਾਂ ਉਦੋਂ ਚੱਲਦੀਆਂ ਸੀ। ਕਾਂਗਰਸ ਵੀ ਬਹੁਤ ਸ਼ਰਾਰਤਾਂ ਕਰਦੀ ਸੀ, ਪਰ ਹਮੇਸ਼ਾ ਦਬਦਬਾ ਕਰਕੇ, ਚੜ੍ਹਦੀ ਕਲਾ ਕਰਕੇ। ਤੇ ਹੁਣ ਵੀ ਅਕਾਲੀ ਦਲ, ਕਿਉਂਕਿ ਸੰਘਰਸ਼ਾਂ 'ਚੋਂ ਬਣੀ ਹੋਈ ਪਾਰਟੀ ਆ, ਜੇ ਪਹਿਲੋਂ ਮੋਰਚੇ ਲੱਗੇ ਆ, ਚਾਹੇ ਗੁਰੂ ਕਾ ਬਾਗ ਦਾ ਮੋਰਚਾ, ਚਾਹੇ ਨਨਕਾਣਾ ਸਾਹਿਬ ਦਾ ਮੋਰਚਾ ਸੀ, ਚਾਹੇ ਚਾਬੀਆਂ ਦਾ ਮੋਰਚਾ ਸੀ, ਕਿਉਂਕਿ ਦੇਖੋ ਜਿਹੜੇ ਮੋਰਚੇ ਹੁੰਦੇ ਉਹ ਲੰਮਾ ਸਮਾਂ, ਤੇ ਉਹ ਜੋ ਅੱਜ ਵੀ ਲੱਗ ਰਹੇ ਆ ਜਾਂ ਅੱਜ ਲੱਗਣਗੇ ਜਾਂ ਅੱਜ ਤੋਂ ਬਾਅਦ ਵੀ ਲੱਗਣਗੇ, ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਗੁੜਤੀ ਮਿਲੀ ਆ ਮੋਰਚਿਆਂ ਦੀ, ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਅਤੇ ਪੰਜਾਬੀਅਤ ਦੇ ਲਈ ਲੜਨ ਲਈ ਗੁੜਤੀ ਮਿਲੀ ਆ। ਸੋ ਆਹ ਸੰਘਰਸ਼ ਅਸੀਂ ਪੂਰਾ ਤਗੜੇ ਹੋ ਕੇ ਜਾਰੀ ਰੱਖਾਂਗੇ। ਹਰਿਆਣਾ ਕਮੇਟੀ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਹੋਣ, ਝਿੰਡਾ ਹੋਣ, ਜਾਂ ਇੱਕ ਕੱਲ੍ਹ ਮੀਟਿੰਗ ਹੋਈ ਹੈਗੀ ਹੈ, ਨਵੇਂ ਆਗੂ ਬਣ ਰਹੇ ਨੇ, ਉਹ ਇੱਕ ਇਲਜ਼ਾਮ ਲਾਉਂਦੇ, ਕਹਿੰਦੇ ਪੰਜਾਬ ਵਾਲੀ ਸ਼੍ਰੋਮਣੀ ਕਮੇਟੀ ਹਰਿਆਣੇ ਦੇ ਸਿੱਖਾਂ ਨੂੰ ਆਪਣਾ ਹਿੱਸਾ ਨਹੀਂ ਸਮਝਦੀ ਸੀ, ਸਾਨੂੰ ਦਰੀਆਂ ਵਾਸਤੇ, ਸਾਊਂਡ ਵਾਸਤੇ, ਟੈਂਟ ਵਾਸਤੇ ਕਈ ਚਿੱਠੀਆਂ। ਤੁਹਾਨੂੰ ਲੱਗਦਾ ਵੀ ਇਦਾਂ ਦੀਆਂ ਨਿੱਕੀਆਂ ਗੱਲਾਂ ਇਹੋ ਜੀ ਕੋਈ ਗੱਲ ਨਹੀਂ ਸੀ। ਸਿਰਫ ਤੇ ਸਿਰਫ ਦਾਦੂਵਾਲ ਸਾਹਿਬ ਰੀ ਉਹਨਾਂ ਦੇ ਆਪਦੇ ਲਾਲਚ, ਮੌਕੇ ਪ੍ਰਸਤ ਨੂੰ ਵੇਖ ਕੇ ਹੋਏ। ਤੁਸੀਂ ਮੈਨੂੰ ਇੱਕ ਦੱਸੋ, ਜਿੱਥੇ ਮੀਰੀ ਪੀਰੀ ਦੇ ਕਾਲਜ ਚੱਲ ਰਹੇ ਆ, ਮੈਡੀਕਲ ਕਾਲਜ ਚੱਲ ਰਹੇ, ਹੋਰ ਸੰਸਥਾਵਾਂ ਚੱਲ ਰਹੀਆਂ,
ਤੇ ਉੱਥੇ ਕੀ ਦਰੀਆਂ ਦੀ ਕੋਈ ਘਾਟ ਹੋਊਗੀ। ਇਸ ਕਰਕੇ ਆ ਤਾਂ ਸਿਰਫ ਤੇ ਸਿਰਫ ਇੱਕ ਬਹਾਨਾ ਸੀ, ਕਿਉਂਕਿ ਉਦੋਂ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਵੇਲੇ, ਕਾਂਗਰਸ ਦੀ ਸਰਕਾਰ ਵੇਲੇ ਹੀ ਆ ਫੈਸਲਾ ਕੀਤਾ ਗਿਆ ਸੀਗਾ ਵੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਬਣਾਈ ਜਾਵੇ। ਤੇ ਉਹੀ ਗੱਲ ਆ ਵੀ ਸ਼ਰਾਰਤ ਚਾਹੇ ਕਾਂਗਰਸ ਦੀ ਆ ਚਾਹੇ RSS ਦੀ ਆ, ਹਮੇਸ਼ਾ ਸ਼ਰਾਰਤਾਂ ਦੇ ਨਾਲ ਹੀ ਇਹਨਾਂ ਨੇ ਸਿੱਖ ਕੌਮ ਨੂੰ ਪਾੜ ਕੇ ਤੇ ਰਾਜ ਕੀਤਾ। ਕਿਸ ਤਰ੍ਹਾਂ ਦਾ ਅੱਗੇ ਸੰਘਰਸ਼ ਕੱਲ੍ਹ ਨੂੰ, ਕਿਉਂਕਿ ਪਹਿਲਾ ਜਾਂ ਦੂਜਾ ਐਕਸ਼ਨ ਇਸ ਤੋਂ ਪਹਿਲਾਂ ਪ੍ਰਦਰਸ਼ਨ ਹੋ ਚੁੱਕੇ DC ਦਫ਼ਤਰਾਂ ਦੇ ਬਾਹਰ ਇਸੇ ਮੰਗ ਨੂੰ ਲੈ ਕੇ, ਕਿਸ ਤਰ੍ਹਾਂ ਦਾ ਸੰਘਰਸ਼, ਅੰਦਾਜ਼ਾ ਕੀ ਕਿਸ ਤਰ੍ਹਾਂ ਦਾ ਸੰਘਰਸ਼ ਹੋ ਸਕਦਾ? ਦੇਖੋ, ਮੈਂ ਤਾਂ ਇੱਕ ਗੱਲ ਕਹੂੰਗਾ, ਸੰਘਰਸ਼ ਜੋ ਵੀ ਪਾਰਟੀ ਵੱਲੋਂ ਹੁਕਮ ਹੋਊਗਾ, ਜੋ ਵੀ ਮੋਰਚੇ ਲਾਉਣੇ ਪੈਣ, ਗ੍ਰਿਫਤਾਰੀਆਂ ਦੇਣੀਆਂ ਪੈਣ, ਵੀ ਹਰ ਹੱਦ ਤਾਈਂ ਜਾਵਾਂਗੇ, ਕਿਉਂਕਿ ਅਸੀਂ ਕਦੀ ਵੀ ਜਿਹੜੀ SGPC ਆ ਇਹਨੂੰ ਟੁੱਟਣ ਜਾਂ ਦੋ ਫਾੜ ਨਹੀਂ ਹੋਣ ਦਿਆਂਗੇ। ਕਿਉਂਕਿ ਮੈਂ ਤਾਂ ਦੇਖੋ, ਤੁਸੀਂ ਅੱਜ ਆ ਸਵਾਲ ਪੁੱਛਿਆ ਤੇ ਗੱਲ ਆ ਇਕੱਲੀ ਗੁਰੂ ਧਾਮਾਂ ਤੇ ਨਹੀਂ ਮੁੱਕਣੀ ਜੀ। ਇਸ ਤੋਂ ਬਾਅਦ ਇਹਨਾਂ ਨੇ ਪੰਜਾਬ ਜਿਹੜੇ ਹੋਰ ਪੱਖ ਦੇ ਮਸਲੇ ਆ, ਜਿਵੇਂ SYL ਦਾ ਮਸਲਾ, ਉਹ ਵੀ ਤੁਸੀਂ ਦੇਖ ਲਓ। ਮੈਂ ਤਾਂ ਪੰਜਾਬੀਆਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਵੀ ਘਰੇ ਬੈਠਣ ਦਾ ਸਮਾਂ ਨਹੀਂਗਾ, ਕਿਉਂਕਿ ਜੇ ਅੱਜ ਇਸ ਗੱਲ ਤੋਂ ਆਪਾਂ ਉਖੜ ਗਏ ਨਾ ਤੇ ਇਸ ਤੋਂ ਬਾਅਦ ਫੈਸਲਾ ਆਉਣਾ SYL ਦਾ। ਤੇ SYL ਨੂੰ ਬਣਾਉਣ ਲਈ ਚਾਹੇ ਮੌਜੂਦਾ ਪੰਜਾਬ ਸਰਕਾਰ ਆ, ਕਿਉਂਕਿ ਉਹਨਾਂ ਨੇ ਵੀ ਗਾਂ ਹਰਿਆਣੇ 'ਚੋਂ ਵੋਟਾਂ ਲੈਣੀਆਂ, ਗਾਂ ਪਾਰਲੀਮੈਂਟ 'ਚ ਵੀ ਵੋਟਾਂ ਲੈਣੀਆਂ, ਤੇ ਚਾਹੇ ਖੱਟੜ ਸਰਕਾਰ ਆ ਤੇ ਚਾਹੇ ਕਾਂਗਰਸ ਆ, ਸਾਰਿਆਂ ਨੇ ਕੋਸ਼ਿਸ਼ ਕਰਨੀ ਆ ਵੀ SYL ਬਣੇ ਤੇ ਪੰਜਾਬ ਅਤੇ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਕਿ ਮੁੱਢ ਤੋਂ ਹੀ ਇਸ ਦੇ ਉਲਟ ਰਹੀ ਆ ਤੇ ਇਹਨਾਂ ਨੇ ਕਦੀ ਬਣ ਨਹੀਂ ਦੇਣਾ। ਮੈਂ ਸੋ ਪੰਜਾਬੀਆਂ ਨੂੰ ਆਹੀ ਕਹਿਣਾ ਵੀ ਪੰਜਾਬੀਓ ਜਾਗੋ, ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਇਨਸਾਨ ਤੇ ਜਿਹੜੇ ਜਥੇਬੰਦੀਆਂ ਲੜਾਈ 'ਚ ਅੱਗੇ ਹੋ ਕੇ ਲੜਦੀਆਂ, ਉਹਨਾਂ ਦਾ ਸਾਥ ਦਿਓ। ਤੁਸੀਂ SYL ਦੀ ਗੱਲ ਤੋਰ ਲਈ ਆ। ਬੀਤੇ ਦਿਨੀ ਹਰਿਆਣਾ 'ਚ ਇੱਕ ਸਮਾਗਮ ਸੀ, ਚੌਟਾਲਾ ਸਾਹਿਬ ਸਟੇਜ ਤੇ ਸੀ, ਸੁਖਬੀਰ ਸਿੰਘ ਬਾਦਲ ਵੀ ਉਸੇ ਸਟੇਜ ਤੇ ਸੀਗੇ, ਮੇਰੇ ਕੋਲ ਵੀਡੀਓ ਵੀ ਹੈਗੀ ਆ। ਉੱਥੇ ਚੌਟਾਲਾ ਸਾਹਿਬ ਕਹਿੰਦੇ ਵੀ SYL ਲਿਆ ਕੇ ਚਲਾ ਕੇ ਅਸੀਂ ਹਰਿਆਣੇ ਨੂੰ ਪਾਣੀ ਦੇਵਾਂਗੇ। ਦੇਖੋ, ਉਹ ਚੌਧਰੀ ਦੇਵੀ ਲਾਲ ਜਿਹੜੇ ਬੜੇ ਸਤਿਕਾਰਯੋਗ ਡਿਪਟੀ PM ਰਹੇ ਆ ਹਿੰਦੁਸਤਾਨ ਦੇ ਜੀ, ਉਹਨਾਂ ਦੇ ਜਨਮ ਦਿਨ ਦੀ ਉਹ ਉੱਥੇ ਉਹਨਾਂ ਨੇ ਇੱਕ ਜਿਵੇਂ ਕਹਿ ਲਓ ਸਦਭਾਵਨਾ ਰੈਲੀ ਰੱਖੀ ਸੀ, ਜਿੱਥੇ ਕਿ ਦੇਸ਼ ਦੇ ਅਲੱਗ-ਅਲੱਗ ਰਾਜਾਂ ਤੋਂ ਕੋਈ ਮੁੱਖ ਮੰਤਰੀ ਸੀ, ਕੋਈ ਉਪ ਮੁੱਖ ਮੰਤਰੀ ਸੀ, ਕੋਈ ਸਾਬਕਾ ਮੰਤਰੀ ਸੀ, ਤਾਂ ਉਹਦੇ ਵਿੱਚ ਸਾਨੂੰ ਵੀ ਬੁਲਾਇਆ ਗਿਆ ਸੀਗਾ। ਤੇ ਉੱਥੇ ਵੀ ਸੁਖਬੀਰ ਸਿੰਘ ਬਾਦਲ ਜੀ ਨੇ ਬੜਾ ਸਪਸ਼ਟ ਸ਼ਬਦਾਂ 'ਚ ਕਿਹਾ ਸੀਗਾ, ਪ੍ਰੈਸ ਨੇ ਪੁੱਛਿਆ ਸੀ, ਨਾ SYL ਅੱਜ ਬਣ ਦਈਏ ਨਾ ਬਣ ਦਿਆਂਗੇ, ਤੇ ਨਾ ਹੀ ਜੇ ਕੋਈ ਹਰਿਆਣੇ ਵਾਲਾ ਵੀ ਸੋਚੂਗਾ, ਚਾਹੇ ਚੌਧਰੀ ਓਮ ਪ੍ਰਕਾਸ਼ ਜੀ ਆ ਜੇ ਉਹ ਵੀ ਸੋਚਣਗੇ, ਤਾਂ ਇਸ ਗੱਲ ਤੇ ਕੋਈ ਮਤਲਬ ਕਿ ਰਾਜੀਨਾਮਾ ਨਹੀਂ ਹੋਊਗਾ। ਤੇ ਨਾ ਹੀ ਇਸ ਗੱਲ ਤੇ ਕਦੀ ਵੀ ਦੋਨਾਂ ਪਾਰਟੀਆਂ ਦੀ ਮਤਲਬ ਕਿ ਇਸ ਗੱਲ ਤੇ ਕਹਿਣ ਦਾ ਭਾਵ ਆ ਵੀ ਕੋਈ ਵੀ ਰਾਜੀਨਾਮਾ ਨਹੀਂ ਇਸ ਗੱਲ ਤੇ, ਜਿੱਥੇ SYL ਦਾ ਮਸਲਾ ਜੀ। ਤਾਂ ਜਿੱਦਾਂ ਅਸੀਂ ਜਿੱਥੋਂ ਸ਼ੁਰੂ ਹੋਏ ਸੀ, ਅਸੀਂ ਜਾਂਦੇ ਉੱਥੇ ਪਹੁੰਚਾਂਗੇ। ਸੁਪਰੀਮ ਕੋਰਟ ਦਾ ਫੈਸਲਾ ਆਇਆ ਵੀ ਹਰਿਆਣੇ ਨੂੰ ਵੱਖਰੀ ਕਮੇਟੀ, ਮਤਲਬ ਪਾਵਰਾਂ ਉਹਦੇ ਕੋਲ ਰਹਿਣ ਦਿਓ। ਤੁਸੀਂ ਪੰਜਾਬ ਵਾਲਾ ਦੇਖੋ, ਤਖਤ ਸ੍ਰੀ ਹਜ਼ੂਰ ਸਾਹਿਬ ਪਹਿਲਾਂ ਹੀ ਵੱਖਰਾ ਬੋਰਡ ਹੈ, ਪਟਨਾ ਸਾਹਿਬ 'ਚ ਵੱਖਰਾ ਬੋਰਡ ਹੈ। ਸ਼੍ਰੋਮਣੀ ਕਮੇਟੀ ਜਿਹੜੀ ਸ਼੍ਰੋਮਣੀ ਸੀ, ਸ਼੍ਰੋਮਣੀ ਭਾਵ ਸਾਰਿਆਂ ਦੇ ਉੱਤੇ, ਪਰ ਉਹ ਸਿਰਫ ਪੰਜਾਬ ਦੀ ਕਮੇਟੀ ਜਿੱਦਾਂ ਲੋਕਲ ਕਮੇਟੀ ਬਣ ਕੇ ਰਹਿ ਗਈ। ਤੁਸੀਂ ਜਿੱਦਾਂ ਕੁਝ ਸਿੱਖ ਆਗੂ, ਆਜ਼ਾਦ ਜਿਹੜੀਆਂ ਸੰਸਥਾਵਾਂ ਨੇ, ਉਹ ਇਹ ਕਹਿੰਦੀਆਂ ਵੀ ਭਾਰਤੀ ਅਦਾਲਤਾਂ ਸਿੱਖਾਂ ਨੂੰ ਗੁਲਾਮ ਬਣਾਉਣਾ ਚਾਹੁੰਦੀਆਂ। ਅਕਾਲੀ ਦਲ ਵੀ ਇਹ ਮਹਿਸੂਸ ਕਰਦਾ? ਇਹਦੇ 'ਚ ਕੋਈ ਸ਼ੱਕ ਨਹੀਂ। ਤੁਹਾਨੂੰ ਮੈਂ ਅੱਗੇ ਦੱਸਿਆ ਤਾਂ ਹੈ ਵੀ ਅਸੀਂ ਸਤਿਕਾਰ ਕਰਦੇ ਹਾਂ ਜੁਡੀਸ਼ਰੀ ਦਾ ਜੀ, ਪਰ ਅਸੀਂ ਉਹਨਾਂ ਜੱਜ ਸਾਹਿਬਾਨਾਂ ਨੂੰ ਆਹੀ, ਕਿਉਂਕਿ ਵੇਖੋ ਅਸੀਂ ਆ ਤਾਂ ਕਹਿ ਨਹੀਂ ਸਕਦੇ, ਪਰ ਸੋਚਣਾ ਚਾਹੀਦਾ ਵੀ ਜਿਹੜੇ ਗੁਲਾਮ ਬਣਾਉਣੇ ਚਾਹੁੰਦੇ ਆ ਤੇ ਜਿਹੜੇ ਮਤਲਬ ਕਿ ਮਿਨੋਰਟੀਜ਼ ਨੂੰ ਆਪਦੇ ਕਬਜ਼ੇ ਹੇਠਾਂ ਲੈਣਾ ਚਾਹੁੰਦੇ, ਇਸ ਗੱਲ ਤੇ ਅਸੀਂ ਕਦੀ ਵੀ ਕਿਸੇ ਵੀ ਕੀਮਤ ਤੇ ਅਸੀਂ ਇਸ ਗੱਲ ਤੇ ਰਾਜੀਨਾਮਾ ਨਹੀਂ ਕਰਾਂਗੇ ਤੇ ਨਾ ਹੀ ਬਰਦਾਸ਼ਤ ਕਰਾਂਗੇ। ਬੰਦੀ ਸਿੰਘਾਂ ਦਾ ਮਾਮਲਾ ਹੈਗਾ, ਉਹਨੂੰ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਜਿਹੜੀ ਹੈ 2022 ਤੋਂ ਬਾਅਦ ਖਾਸ ਕਰਕੇ ਬੜੀ ਤੇਜ਼ੀ ਨਾਲ ਜਿਹੜਾ ਹੈਗਾ ਉਹ ਵਿਰੋਧਤਾ ਕਰ ਰਹੀ ਹੈ ਸਰਕਾਰ ਦੀ। ਤੁਹਾਨੂੰ ਲੱਗਦਾ ਵੀ ਪੁਰਾਣੀ ਭਾਈਵਾਲ ਪਾਰਟੀ ਜੇ ਕਿਤੇ ਉਹਨਾਂ ਤੱਕ ਸੁਨੇਹਾ, ਕਿਉਂਕਿ ਇਸ ਵਕਤ ਤਾਕਤ ਜਿਹੜੀ ਹੈ ਪੂਰੇ ਦੇਸ਼ ਦੀ ਭਾਜਪਾ ਕੋਲੇ ਆ, ਨਰਿੰਦਰ ਮੋਦੀ ਪ੍ਰਕਾਸ਼ ਸਿੰਘ ਬਾਦਲ ਦੇ ਗੋਡੀ ਹੱਥ ਲਾਉਂਦੇ ਆ, ਜੇ ਕਿਤੇ ਜ਼ਰੂਰਤ ਪਵੇ ਆਉਣ ਵਾਲੇ ਸਮੇਂ 'ਚ ਕੋਈ ਰਾਬਤਾ ਹੋ ਸਕਦਾ ਵੀ ਸਾਡੇ ਮਸਲੇ ਨੇ, ਕਿਉਂਕਿ ਭਾਜਪਾ ਸਿੱਧੇ ਤਰੀਕੇ ਨਾਲ ਕਦੇ ਇਸ਼ਾਰਾ ਦਿੰਦੀ ਵੀ ਅਸੀਂ ਅਕਾਲੀ ਦਲ ਨਾਲ ਫਿਰ ਰਲ ਸਕਦੇ ਹਾਂ ਜਾਂ ਇੱਦਾਂ ਦਾ ਕੁਛ? ਦੇਖੋ, ਰਲ ਦੀਆਂ ਗੱਲਾਂ ਬਾਹਰ 'ਚ, ਜੋ ਪੰਜਾਬ ਦੇ ਮਸਲੇ ਆ ਪਹਿਲੋਂ ਹੱਲ ਕੀਤੇ ਜਾਣ, ਚਾਹੇ ਸਾਡੇ ਗੁਰੂ ਧਾਮਾਂ ਦਾ ਮਸਲਾ, ਚਾਹੇ SYL ਦਾ, ਚਾਹੇ ਬੰਦੀ ਸਿੰਘਾਂ ਦਾ। ਉਸ ਤੋਂ ਬਾਅਦ ਜਦੋਂ ਪੰਜਾਬ ਦੇ ਮਸਲੇ ਹੱਲ ਹੋਣਗੇ, ਉਸ ਤੋਂ ਬਾਅਦ ਸੰਗਤ ਨਾਲ ਵਿਚਾਰ ਕੀਤਾ ਜਾਂਦਾ, ਜੋ ਪਾਰਟੀ ਦਾ ਜਾਂ ਪ੍ਰਧਾਨ ਸਾਹਿਬ ਦਾ ਫੈਸਲਾ ਹੋਊਗਾ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ ਜੀ। ਬਿਲਕੁਲ। 24 ਨੇੜੇ ਆ, 24 ਤੋਂ ਪਹਿਲਾਂ ਜੇ ਕਿਤੇ, ਮੈਂ ਅੱਗੇ ਵੀ ਇੱਕ ਦੋ ਅਕਾਲੀ ਦਲ ਦੇ ਆਗੂਆਂ ਨੂੰ ਸਵਾਲ ਪੁੱਛਿਆ, ਜੇ ਕਿਤੇ ਅਕਾਲੀ ਦਲ ਨੂੰ ਭਾਜਪਾ ਕੋਈ ਵੱਡਾ ਆਫਰ ਦਿੰਦੀ ਹੈ ਕਿਸੇ ਵੀ ਲੈਵਲ ਦਾ,
ਕੀ ਕਿਤੇ ਪੰਥ ਦੇ ਮਸਲੇ ਬੰਦੀ ਸਿੰਘਾਂ ਦੀ ਗੱਲ ਹੈ ਜਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਸ ਵਕਤ ਗੱਲ ਚੁੱਕੀ ਜਾ ਰਹੀ ਹੈ, ਕਿਤੇ ਇਹ ਮਸਲੇ ਪਿੱਛੇ ਰੱਖ ਕੇ ਕੁਛ ਨਹੀਂ, ਖਾਸ ਕਦੀ ਪਦਵੀ ਨਹੀਂ ਹੋਵੇ, ਕੁਛ ਹੋਊਗਾ। ਹੋਵੇ? ਕਦੀ ਵੀ ਨਹੀਂ ਹੋਊਗਾ। ਜਿਹੜੇ ਆ ਮਸਲੇ ਆ ਹੱਲ ਕਰਨਗੇ ਤਾਂ ਸਾਥ ਦਾ ਸੋਚਿਆ ਜਾ ਸਕਦਾ, ਵਰਨਾ ਕਿਸੇ ਵੀ ਮੁੱਦੇ ਤੇ ਮੈਂ ਪਹਿਲਾਂ ਕਹਿ ਚੁੱਕਿਆ ਕੋਈ ਰਾਜੀਨਾਮਾ ਨਹੀਂ। ਪਹਿਲੋਂ ਪੰਜਾਬ ਆ, ਪੰਜਾਬੀਅਤ ਆ ਪਹਿਲੋਂ ਸਾਡਾ, ਕਿਉਂਕਿ ਅਕਾਲੀ ਦਲ ਨੇ ਹਮੇਸ਼ਾ ਇੱਕ ਭਾਈਚਾਰਕ ਸਾਂਝ ਦੀ ਗੱਲ ਕੀਤੀ ਆ। ਅਕਾਲੀ ਦਲ ਪਹਿਲੋਂ ਉਸ ਸਟੈਂਡ ਤੇ ਅੱਜ ਵੀ ਖੜਾ, ਪਹਿਲੋਂ ਪੰਜਾਬ ਅਤੇ ਪੰਜਾਬੀਅਤ ਆ, ਸਾਡੀ ਕੌਮ ਆ, ਉਸ ਤੋਂ ਬਾਅਦ ਫਿਰ ਭਾਈਵਾਲ। ਠੀਕ ਹੈ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤਾਂ ਕੱਲ੍ਹ ਨੂੰ ਮਾਰਚ ਹੈਗੇ ਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਅੰਬਾਲਾ ਤੋਂ, ਜਿਹੜਾ ਕਿ ਉੱਥੋਂ ਗੁਰਦੁਆਰਾ ਸਾਹਿਬ ਤੋਂ 3 ਮਾਰਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾਣੇ ਆ। ਤਾਂ ਕੱਲ੍ਹ ਨੂੰ ਵੀ ਇਹ ਮਾਹੌਲ ਦੇਖਣ ਵਾਲਾ ਹੋਊਗਾ ਕਿ ਪੰਜਾਬ ਦੇ ਲੋਕ ਕਿੱਡੀ ਕੁ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਮਾਰਚਾਂ ਦੇ ਵਿੱਚ ਸ਼ਮੂਲੀਅਤ ਕਰਦੇ ਨੇ। 2022 ਦੀਆਂ ਚੋਣਾਂ ਦੇ ਵਿੱਚ ਵੱਡੀ ਹਾਰ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਕਿ ਉਸ ਤੋਂ ਬਾਅਦ ਜਿਹੜੀ ਜਿਹੜਾ ਅੰਦਾਜ਼ਨ 25 ਲੱਖ ਤੋਂ ਵੱਧ ਵੋਟ ਜਿਹੜੀ ਪਈ ਹੈ, ਕਿ ਉਹਨੇ ਵਿੱਚੋਂ ਕਿੰਨੇ ਕੁ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਬੈਠ ਕੇ ਜਾਂ ਸੋਸ਼ਲ ਮੀਡੀਆ ਰਾਹੀਂ ਜਾਂ ਜ਼ਮੀਨੀ ਪੱਧਰ ਤੇ ਕੱਲ੍ਹ ਨੂੰ ਇਹਨਾਂ ਮਾਰਚਾਂ ਦਾ ਹਿੱਸਾ ਬਣਨਗੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਕਰਦੇ ਨੇ, ਕੋਈ ਸੰਘਰਸ਼ ਲੜਨ ਦੀ ਜਿਹੜੀ ਹੈਗੀ ਹੈ ਉਹ ਸ਼ੁਰੂਆਤ ਕਰਦੇ ਨੇ, ਤਾਂ ਉਹ 'ਚ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੀ ਸ਼ਮੂਲੀਅਤ ਕਰਨਗੇ, ਕਿਸ ਤਰ੍ਹਾਂ ਦਾ ਆਪਣਾ ਹਿੱਸਾ ਦੇਣਗੇ, ਔਰ ਪੰਜਾਬ ਸਰਕਾਰ ਦਾ ਰੋਲ ਕੀ ਰਹੇਗਾ, ਭਾਰਤੀ ਜਨਤਾ ਪਾਰਟੀ ਦਾ ਰੋਲ ਕੀ ਰਹੇਗਾ। ਕਿਉਂਕਿ ਫੈਸਲਾ ਜਿਹੜਾ ਹੈ ਉਹ ਅਦਾਲਤ ਨੇ ਕੀਤਾ, ਤਾਂ ਅਦਾਲਤ ਦੇ ਫੈਸਲੇ ਦੇ ਖਿਲਾਫ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰ੍ਹਾਂ ਦਾ ਰੁਖ ਇਖਤਿਆਰ ਕਰਦੀ ਹੈ। ਦੇਖਦੇ ਰਹੋ ਪੰਜਾਬ KTV। ਧੰਨਵਾਦ।